ਹੁਣ ਫਿਰ ਸਰਕਾਰ ਨੇ ਜਿਹੜਾ ਕਦਮ ਚੁੱਕਿਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਸਹੀ ਹੈ, ਕਾਫੀ ਹੈ ਜਾਂ ਇਸ ਤੋਂ ਵੱਧ ਕੁਝ ਹੋਣਾ ਚਾਹੀਦਾ? ਉਹਨਾਂ ਦੇ ਮਨ ਦੇ ਅੰਦਰ ਦਰਦ ਹੈ। ਉਹ ਚਾਹੁੰਦੇ ਹਨ ਕਿ ਪੰਜਾਬੀ ਜਿਹੜੀ ਹੈ ਇਹ ਵੱਧ ਤੋਂ ਵੱਧ ਸਕੂਲਾਂ 'ਚ ਲਾਗੂ ਹੋਵੇ, ਇਹ ਕਾਲਜਾਂ 'ਚ ਲਾਗੂ ਹੋਵੇ, ਇਹ ਦਫ਼ਤਰਾਂ 'ਚ ਲਾਗੂ ਹੋਵੇ। ਪਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਭਗਵੰਤ ਮਾਨ ਦੀ ਹਰ ਗੱਲ ਨੂੰ ਜਿਹੜਾ ਹੈ ਉਹਨੂੰ ਵਿਰੋਧ ਦੀ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ। ਵਿਰੋਧੀ ਸਰਕਾਰਾਂ ਜਿਹੜੀਆਂ ਹਨ ਉਹਦੇ ਚੰਗੇ ਕੰਮ ਨੂੰ ਸ਼ਾਬਾਸ਼ ਦੇਣ ਦੀ ਬਜਾਏ ਉਹਨੂੰ ਡਿਸਕਰੈਡਿਟ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਕਿ ਪੰਜਾਬੀ ਬੋਲੀ ਜੋ ਹੈ ਇਹ ਏਡੀ ਪਿਆਰੀ, ਏਡੀ ਸਤਿਕਾਰੀ ਔਰ ਏਡੀ ਅਦਬ ਵਾਲੀ, ਏਡੀ ਇਹ ਸਤਿਕਾਰ ਵਾਲੀ ਭਾਸ਼ਾ ਹੈ ਕਿ ਇਹਦੇ ਵਿੱਚ ਅਸੀਸਾਂ ਮਿਲਦੀਆਂ ਹਨ। ਅੱਜ ਪਤਾ ਨਹੀਂ ਕੀ ਗੱਲ ਹੈ, ਸਾਨੂੰ ਕੀ ਨਜ਼ਰ ਲੱਗੀ ਹੈ ਇਸ ਗੱਲ ਦੀ ਕਿ ਅਸੀਂ ਉਹ ਸਾਰੀਆਂ ਗੱਲਾਂ ਭੁੱਲ ਗਏ ਹਾਂ। ਅੱਜ ਦੀ ਪੀੜ੍ਹੀ ਜਿਹੜੀ ਹੈ ਇਹ ਅੰਕਲ ਹੈ, ਇਹ ਕਜ਼ਨ ਹੈ, ਇਸ ਤੋਂ ਇਲਾਵਾ ਕੋਈ ਗੱਲ ਨਹੀਂ ਕਰਦੇ। ਅੱਜ ਕੱਲ੍ਹ ਦੇ ਸਾਹਿਤਕਾਰਾਂ ਨੇ ਪੰਜਾਬੀ ਨੂੰ ਬਹੁਤ ਔਖਿਆਂ ਕਰਤਾ। ਉਹਦੇ ਵਿੱਚ ਸੰਸਕ੍ਰਿਤ ਦੇ ਸ਼ਬਦ ਵਾੜ ਦਿੱਤੇ, ਉਹਦੇ 'ਚ ਹਿੰਦੀ ਦੇ ਸ਼ਬਦ ਵਾੜ ਦਿੱਤੇ, ਉਹਦੇ 'ਚ ਅੰਗਰੇਜ਼ੀ ਦੇ ਸ਼ਬਦ ਵਾੜ ਦਿੱਤੇ। ਸਾਡੀ ਪੰਜਾਬੀ ਬਹੁਤ ਅਮੀਰ ਭਾਸ਼ਾ ਹੈ। ਪੰਜਾਬ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ ਜਿਸ ਵਿੱਚ ਕਿ ਪੰਜਾਬੀ ਮਾਂ ਬੋਲੀ ਨੂੰ ਜਿਹੜਾ ਹੈ ਵਧਾਵਾ ਦੇਣ ਲਈ ਅਤੇ ਉਹਨੂੰ ਪ੍ਰਫੁੱਲਤ ਕਰਨ ਲਈ 21 ਫਰਵਰੀ ਯਾਨੀ ਕਿ ਅੱਜ ਤੋਂ ਜਿਹੜਾ ਹੈ ਦਫ਼ਤਰੀ ਕੰਮਕਾਜ ਅਤੇ ਬੋਰਡਾਂ ਦੇ ਉੱਤੇ ਜਿਹੜਾ ਹੈ ਪੰਜਾਬੀ ਭਾਸ਼ਾ ਨੂੰ ਉੱਪਰ ਰੱਖਣ ਦੀ ਗੱਲ ਜਿਹੜੀ ਹੈ, ਕਵਾਇਦ ਜਿਹੜੀ ਹੈ ਉਹ ਕੀਤੀ ਗਈ ਹੈ। ਆਰਡਰ ਜਿਹੜੇ ਹਨ ਉਹ ਕੱਢੇ ਗਏ ਹਨ। ਬੀਤੇ ਕੱਲ ਜਿਹੜਾ ਹੈ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਵੱਲੋਂ ਵੀ ਜਿਹੜਾ ਹੈ ਇਸ ਦੇ ਬਾਰੇ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ 'ਚ ਭਾਸ਼ਾ ਅਫਸਰ ਨੇ ਦੱਸਿਆ ਹੈ ਕਿ ਜਿਹੜਾ ਕਿ ਪੂਰੇ ਪੰਜਾਬ ਭਰ ਦੇ ਵਿੱਚ ਅਤੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈ ਇਸ ਨੂੰ ਪੰਜਾਬੀ ਭਾਸ਼ਾ ਨੂੰ ਅੱਗੇ ਲੈ ਕੇ ਆਉਣ ਲਈ ਜਿਹੜੇ ਯਤਨ ਕੀਤੇ ਜਾਣਗੇ। ਸਾਡੇ ਨਾਲ ਮੌਜੂਦ ਨੇ ਪੰਜਾਬੀ ਭਾਸ਼ਾ ਦੇ ਵਿੱਚ ਕਈ ਜਿਹੜੇ ਕਿਤਾਬਾਂ ਲਿਖਣ ਵਾਲੇ ਅਤੇ ਪਿੰਗਲਵਾੜਾ ਸੰਸਥਾ ਦੇ ਵਿੱਚ ਕਈ ਸਾਲ ਭਗਤ ਪੂਰਨ ਜੀ ਦੇ ਨਾਲ ਦੇ ਅਤੇ ਸੰਸਥਾ ਦੇ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਸੁਰਜੀਤ ਸਿੰਘ ਰਾਈ ਸਾਹਿਬ। ਸੋ ਗੱਲਬਾਤ ਕਰਕੇ ਜਾਣਦੇ ਹਾਂ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਇਹ ਸਰਕਾਰ ਵੱਲੋਂ ਜਿਹੜਾ ਕੀਤਾ ਗਿਆ ਕਿਸ ਤਰ੍ਹਾਂ ਦਾ ਫੈਸਲਾ ਹੈ। ਹਾਂਜੀ, ਸਵਾਗਤ ਹੈ ਜੀ। ਮੈਂ ਸਭ ਤੋਂ ਪਹਿਲਾਂ ਸਰਦਾਰ ਕੁਲਵਿੰਦਰ ਜੀ ਪੰਜਾਬੀ KTV ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮਜ਼ਮੂਨ ਨੂੰ, ਪੰਜਾਬੀ ਮਜ਼ਮੂਨ ਨੂੰ ਲੋਕਾਂ ਸਾਹਮਣੇ ਲਿਆਉਣ ਵਾਸਤੇ ਇਹ ਯਤਨ ਕੀਤਾ। ਗੱਲ ਹੈ ਪੰਜਾਬੀ ਜਿਹੜੀ ਭਾਸ਼ਾ ਹੈ ਇਹ ਸਾਡੇ ਗੁਰੂਆਂ ਪੀਰਾਂ ਦੀ, ਭਗਤ ਕਬੀਰ ਤੋਂ ਇਹ ਆਪਣੇ ਜਿਹੜੇ ਸਾਡੇ ਭਗਤ ਫਰੀਦ ਜੀ ਸੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ, ਜਿੰਨੀ ਰੀਝ ਨਾਲ, ਜਿੰਨੇ ਪਿਆਰ ਦੇ ਨਾਲ ਇਹਨੂੰ ਸ਼ੁਰੂ ਕੀਤਾ, ਉਸ ਤਰੀਕੇ ਤੋਂ ਬਾਅਦ ਇਹਨੂੰ ਅਣਗੌਲਿਆਂ ਕੀਤਾ ਗਿਆ। ਇਸ ਪੰਜਾਬੀ ਭਾਸ਼ਾ ਨੂੰ ਲਾਗੂ ਕਰਾਉਣ ਦੇ ਵਿੱਚ, ਇਹਨੂੰ ਲੋਕਾਂ ਤੱਕ ਵੱਧ ਤੋਂ ਵੱਧ ਪ੍ਰਚਾਰਨ ਦੇ ਵਿੱਚ ਜੋ ਪੰਜਾਬ ਦੇ ਵਿੱਚ ਸਰਦਾਰ ਲਛਮਣ ਸਿੰਘ ਗਿੱਲ ਦੀ ਸਰਕਾਰ ਨੇ ਕੰਮ ਕੀਤਾ ਜਾਂ ਸਰਦਾਰ ਲਛਮਣ ਸਿੰਘ ਗਿੱਲ ਨੇ ਆਪਣਾ ਸਾਰਾ ਜੀਵਨ ਕੁਰਬਾਨ ਕਰਤਾ ਇਸ ਤੋਂ, ਉਸ ਗੱਲ ਨੂੰ ਬਾਅਦ ਦੇ ਵਿੱਚ ਬਾਅਦ ਦੀਆਂ ਸਰਕਾਰਾਂ ਨੇ ਇਸ ਨੂੰ ਬਿਲਕੁਲ ਅਣਗੌਲਿਆਂ ਕੀਤਾ। ਮੈਂ ਸਮਝਦਾ ਹਾਂ ਕਿ ਪੰਜਾਬੀ ਬੋਲੀ ਜੋ ਹੈ ਇਹ ਏਡੀ ਪਿਆਰੀ, ਏਡੀ ਸਤਿਕਾਰੀ ਔਰ ਏਡੀ ਅਦਬ ਵਾਲੀ, ਏਡੀ ਇਹ ਸਤਿਕਾਰ ਵਾਲੀ ਭਾਸ਼ਾ ਹੈ ਕਿ ਇਹਦੇ ਵਿੱਚ ਅਸੀਸਾਂ ਮਿਲਦੀਆਂ ਹਨ। ਅੱਜ ਪਤਾ ਨਹੀਂ ਕੀ ਗੱਲ ਹੈ, ਸਾਨੂੰ ਕੀ ਨਜ਼ਰ ਲੱਗੀ ਹੈ ਇਸ ਗੱਲ ਦੀ ਕਿ ਅਸੀਂ ਉਹ ਸਾਰੀਆਂ ਗੱਲਾਂ ਭੁੱਲ ਗਏ ਹਾਂ। ਮੈਂ ਤੁਹਾਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ ਸਾਡੀ ਜਿਹੜੀ ਪੀੜ੍ਹੀ ਹੈ ਇਹ ਜਦੋਂ ਬਜ਼ੁਰਗਾਂ ਦੇ ਪੈਰਾਂ ਨੂੰ ਹੱਥ ਲਾਉਂਦੀ ਹੈ, ਚਾਹੇ ਉਹ ਦਾਦੀ ਹੈ, ਚਾਹੇ ਉਹ ਦਾਦਾ ਜੀ ਹਨ, ਚਾਹੇ ਉਹ ਪਿਤਾ ਜੀ ਹਨ, ਚਾਹੇ ਉਹ ਮਾਤਾ ਜੀ ਹਨ, ਤਾਂ ਉਹਨਾਂ ਦੇ ਅੰਦਰੋਂ ਜਿਹੜੀ ਅਸੀਸ ਨਿਕਲਦੀ ਸੀ, ਪੁੱਤ ਜਿਉਂਦਾ ਰਹੋ, ਵਸਦਾ ਰਹੋ, ਤੂੰ ਤਰੱਕੀਆਂ ਮਾਣੇ। ਇਹ ਜਿਹੜੀਆਂ ਅਸੀਸਾਂ ਨੇ ਇਹ ਤਾਂ ਹੀ ਮਿਲਦੀਆਂ ਨੇ ਜੇ ਪੰਜਾਬੀ ਦੇ ਵਿੱਚ ਅਸੀਂ ਜਿਹੜਾ ਮਾਣ ਸਤਿਕਾਰ ਹੈ ਉਸੇ ਤਰ੍ਹਾਂ ਦਈਏ ਜਿੱਦਾਂ ਅਸੀਂ ਮਾਸੀ ਜੀ, ਭੂਆ ਜੀ, ਚਾਚੀ ਜੀ, ਤਾਈ ਜੀ, ਦਾਦਾ ਜੀ, ਦਾਦੀ ਜੀ, ਇਹ ਸਾਰੀਆਂ ਗੱਲਾਂ ਰਵਾਇਤਾਂ ਭੁੱਲ ਗਏ ਹਾਂ। ਅਤੇ ਜੇ ਕਿਸੇ ਨੂੰ ਪੁੱਛੀਦਾ ਹੈ, ਕਿਸੇ ਲੜਕੀ ਨੂੰ ਪੁੱਛੀਦਾ ਹੈ ਤੇਰਾ ਕੀ ਲੱਗਦਾ ਹੈ, ਉਹ ਇਹ ਨਹੀਂ ਕਹਿਣ ਨੂੰ ਖੁਸ਼ੀ ਮਨਾਉਂਦੀ ਕਿ ਮੇਰਾ ਇਹ ਵੀਰ ਹੈ, ਇਹ ਮੇਰਾ ਇਹ ਭਰਾ ਹੈ। ਉਹ ਕਹਿੰਦੀ ਮੇਰਾ ਇਹ ਕਜ਼ਨ ਆ। ਕਜ਼ਨ ਦੇ ਵਿੱਚ ਅਤੇ ਵੀਰ ਦੇ ਵਿੱਚ ਜਾਂ ਭਰਾ ਜੀ ਦੇ ਵਿੱਚ ਇੱਕ ਇੰਨਾ ਅਦਬ ਹੈ, ਸਤਿਕਾਰ ਹੈ, ਉਹਦੇ ਵਿੱਚ ਕੋਈ ਗੁੰਜਾਇਸ਼ ਨਹੀਂ ਰਹਿੰਦੀ, ਕੋਈ ਮਾੜੀ ਭਾਵਨਾ ਦੀ, ਕੋਈ ਮੰਦ ਭਾਵਨਾ ਦੀ ਗੁੰਜਾਇਸ਼ ਨਹੀਂ ਰਹਿੰਦੀ। ਪਰ ਅਸੀਂ ਇਹ ਕਹਿਣ ਦੇ ਵਿੱਚ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਸਾਡਾ ਅੰਕਲ ਹੈ। ਅੱਜ ਦੀ ਪੀੜ੍ਹੀ ਜਿਹੜੀ ਹੈ ਇਹ ਅੰਕਲ ਹੈ, ਇਹ ਕਜ਼ਨ ਹੈ, ਇਸ ਤੋਂ ਇਲਾਵਾ ਕੋਈ ਗੱਲ ਨਹੀਂ ਕਰਦੇ। ਅੱਜ ਵੀ ਜੋ ਤੁਸੀਂ ਪਿੰਗਲਵਾੜਾ 'ਚ ਕਿੰਨੇ ਸਾਲ ਜਿਹੜੀ ਇਹ ਸੇਵਾ ਨਿਭਾਈ ਹੈ, ਕਿਸ ਤਰ੍ਹਾਂ ਭਗਤ ਜੀ ਨਾਲ ਵੀ ਰਹੇ ਤੁਸੀਂ, ਉਹਦੇ ਵਿੱਚ ਕਿੰਨੇ ਸਾਲ ਉਹ ਆਪਣੇ ਬਾਰੇ ਦੱਸੋ। ਤੇ ਭਗਤ ਜੀ ਦੇ ਨਾਲ ਜਿਹੜਾ ਪੰਜਾਬੀ ਭਾਸ਼ਾ ਨੂੰ, ਕਿਉਂਕਿ ਕਿਤਾਬਾਂ ਸਾਰੀਆਂ ਪੰਜਾਬੀ 'ਚ ਲਿਖੀ ਜਾਂਦੀਆਂ ਪਿੰਗਲਵਾੜਾ ਸੰਸਥਾ ਵੱਲੋਂ, ਤੇ ਉਹਦੇ ਵਿੱਚ ਕਿਸ ਤਰ੍ਹਾਂ ਲਿਖੇਗਾ ਉਹਦੇ ਬਾਰੇ ਦੱਸੋ। ਮੈਂ ਭਗਤ ਪੂਰਨ ਸਿੰਘ ਹੋਣਾ ਦੇ ਨਾਲ ਸਨ 76 ਤੋਂ ਲੈ ਕੇ 92 ਤੱਕ ਉਹਨਾਂ ਦੇ ਨਾਲ ਪਰਛਾਵੇਂ ਵਾਂਗੂ ਨਾਲ ਰਿਹਾ ਹਾਂ। ਔਰ
ਜਿਸ ਤਰ੍ਹਾਂ ਉਹਨਾਂ ਦੇ ਅੰਦਰ ਮੋਹ ਸੀ ਪੰਜਾਬੀ ਵਾਸਤੇ, ਉਹਨਾਂ ਦੀ ਅੱਜ ਵੀ ਤੁਸੀਂ ਲਿਖਤਾਂ ਪੜ੍ਹ ਸਕਦੇ ਹੋ। ਉਹ ਇਸ਼ਤਿਹਾਰਾਂ ਦੇ ਵਿੱਚ, ਕਿਤਾਬਾਂ ਦੇ ਵਿੱਚ ਜਦੋਂ ਪੰਜਾਬੀ ਬੋਲੀ ਦੇ ਵਿੱਚ ਉਹ ਕੋਈ ਲੇਖ ਲਿਖਦੇ ਸਨ ਜਾਂ ਕੋਈ ਵੀ ਲੋਕਾਂ ਨੂੰ ਸਮਝਾਉਣ ਵਾਸਤੇ ਪ੍ਰੇਰਨਾਦਾਇਕ ਕੋਈ ਗੱਲ ਕਰਦੇ ਸਨ ਤਾਂ ਉਹ ਆਸਾਨ ਤੋਂ ਆਸਾਨ ਪੰਜਾਬੀ ਵਰਤਦੇ ਸਨ। ਉਹ ਪੰਜਾਬੀ ਨਹੀਂ ਵਰਤਦੇ ਜਿਸ ਤਰ੍ਹਾਂ ਦੀ ਪੰਜਾਬੀ ਸਰਦਾਰ ਗੁਰਬਖਸ਼ ਸਿੰਘ ਹੋਣਾ ਨੇ ਜਾਂ ਹੋਰ ਕਈ ਸਾਡੇ ਅੱਜ ਕੱਲ੍ਹ ਦੇ ਸਾਹਿਤਕਾਰਾਂ ਨੇ ਪੰਜਾਬੀ ਨੂੰ ਬਹੁਤ ਔਖਿਆਂ ਕਰਤਾ। ਉਹਦੇ ਵਿੱਚ ਸੰਸਕ੍ਰਿਤ ਦੇ ਸ਼ਬਦ ਵਾੜ ਦਿੱਤੇ, ਉਹਦੇ 'ਚ ਹਿੰਦੀ ਦੇ ਸ਼ਬਦ ਵਾੜ ਦਿੱਤੇ, ਉਹਦੇ 'ਚ ਅੰਗਰੇਜ਼ੀ ਦੇ ਸ਼ਬਦ ਵਾੜ ਦਿੱਤੇ। ਸਾਡੀ ਪੰਜਾਬੀ ਬਹੁਤ ਅਮੀਰ ਭਾਸ਼ਾ ਹੈ। ਭਗਤ ਪੂਰਨ ਸਿੰਘ ਹੋਣਾ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਜੇ ਮੰਨ ਲਓ ਉਹਨਾਂ ਨੇ ਲੋਕਾਂ ਨੂੰ ਅਲਰਟ ਕਰਨਾ ਸੀ ਤਾਂ ਉਹ ਕਹਿੰਦੇ ਖਤਰੇ ਦੀ ਘੰਟੀ ਇੱਕ ਇਸ਼ਤਿਹਾਰ ਛਾਪਿਆ ਸੀ ਉਹਨਾਂ ਨੇ, ਜਿਹਦੇ ਵਿੱਚ ਉਹਨਾਂ ਨੇ ਲੋਕਾਈ ਨੂੰ ਇਹ ਦੱਸਿਆ ਸੀਗਾ ਭਈ ਆਉਣ ਵਾਲਾ ਸਮਾਂ ਜਿਹੜਾ ਹੈ ਇਹ ਤੁਹਾਡੇ ਲਈ ਬੜਾ ਖਤਰਨਾਕ ਸਮਾਂ ਆ ਰਿਹਾ ਹੈ। ਹਵਾ ਖਰਾਬ ਹੋ ਰਹੀ ਹੈ, ਪਾਣੀ ਖਰਾਬ ਹੋ ਰਿਹਾ ਹੈ, ਵਾਤਾਵਰਨ ਪਲੀਤ ਹੋ ਰਿਹਾ ਹੈ, ਇਸ ਤੋਂ ਬਾਜੋ, ਇਹ ਖਤਰੇ ਦੀ ਘੰਟੀ ਹੈ। ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਤਬਾਹੀਆਂ ਲਿਆਵੇਗੀ। ਤੇਜ਼ ਹਵਾਵਾਂ ਆਉਣਗੀਆਂ, ਪਾਣੀ ਦੇ ਉਛਾਲ ਵੱਡੇ ਵੱਡੇ ਆਉਣਗੇ, ਸਮੁੰਦਰ ਦੇ ਲਹਿਰਾਂ ਉੱਚੀਆਂ ਆਉਣਗੀਆਂ ਔਰ ਜਿਹੜਾ ਤੁਸੀਂ ਪਾਣੀ ਨੂੰ ਪਲੀਤ ਕਰ ਰਹੇ ਹੋ ਇਹਦੇ ਨਾਲ ਤੁਹਾਨੂੰ ਹਜ਼ਾਰਾਂ ਹੀ ਕਿਸਮ ਦੀਆਂ ਬਿਮਾਰੀਆਂ ਲੱਗਣਗੀਆਂ। ਭਗਤ ਜੀ ਹੋਣਾ ਨੇ ਸਾਰੀ ਜ਼ਿੰਦਗੀ ਜਿਹੜਾ ਹੈ ਇਹ ਉੱਚੀ ਉੱਚੀ ਆਵਾਜ਼ ਦੇ ਵਿੱਚ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਵਿੱਚ ਜਾ ਕੇ ਲੋਕਾਂ ਨੂੰ, ਬੱਚਿਆਂ ਨੂੰ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਬਾਜੋ ਪੁੱਤਰੋ, ਇਹ ਵੱਧ ਤੋਂ ਵੱਧ ਰੁੱਖ ਲਾਓ। ਰੁੱਖ ਲਾਉਣ ਦੇ ਨਾਲ ਤੁਹਾਨੂੰ ਤਾਜ਼ੀ ਹਵਾ ਮਿਲੇਗੀ, ਤੁਹਾਨੂੰ ਤਾਜ਼ੀ ਆਕਸੀਜਨ ਮਿਲੇਗੀ। ਇਹ ਗੱਲ ਕਰੀਏ ਜਿਸ ਤਰ੍ਹਾਂ ਪੰਜਾਬ ਸਰਕਾਰ ਦਾ ਉਪਰਾਲਾ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜਿਹੜਾ ਹੈਗੇ ਆ ਜਿਹੜੇ ਮੁੱਖ ਮੰਤਰੀ ਦਾ ਨਾਮ ਲਿਆ ਤੁਸੀਂ, ਉਹਨਾਂ ਦਾ ਉਸ ਤੋਂ ਬਾਅਦ ਜਿਹੜਾ ਕਿਸੇ ਸਰਕਾਰ ਨੇ ਪੰਜਾਬੀ ਵੱਲ ਜਿਹੜਾ ਧਿਆਨ ਨਹੀਂ ਦਿੱਤਾ। ਹੁਣ ਫਿਰ ਸਰਕਾਰ ਨੇ ਜਿਹੜਾ ਕਦਮ ਚੁੱਕਿਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਕੀ ਇਹ ਸਹੀ ਹੈ, ਕਾਫੀ ਹੈ ਜਾਂ ਇਸ ਤੋਂ ਵੱਧ ਕੁਝ ਹੋਣਾ ਚਾਹੀਦਾ? ਮੈਂ ਸਮਝਦਾ ਹਾਂ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ। ਭਗਵੰਤ ਮਾਨ ਜੀ ਇੱਕ ਆਪ ਪੰਜਾਬੀ ਦੇ ਵਿੱਚ ਇੱਕ ਚੰਗੇ ਐਕਟਰ ਹੀ ਨਹੀਂ ਹਨ। ਉਹਨਾਂ ਨੇ ਪੰਜਾਬੀ ਨੂੰ ਲਾਗੂ ਕਰਨ ਦੇ ਵਿੱਚ, ਪੰਜਾਬੀ ਨੂੰ ਪ੍ਰਚਾਰਨ ਦੇ ਵਿੱਚ ਔਰ ਸਟੇਜ 'ਤੇ ਲਿਆਉਣ ਦੇ ਉੱਤੇ ਪੰਜਾਬੀ ਦੇ ਵਿੱਚ ਬਹੁਤ ਉਹਨਾਂ ਨੇ ਹਮਲਾ ਮਾਰਿਆ ਹੈ। ਉਹਨਾਂ ਦੇ ਮਨ ਦੇ ਅੰਦਰ ਦਰਦ ਹੈ। ਉਹ ਚਾਹੁੰਦੇ ਹਨ ਕਿ ਪੰਜਾਬੀ ਜਿਹੜੀ ਹੈ ਇਹ ਵੱਧ ਤੋਂ ਵੱਧ ਸਕੂਲਾਂ 'ਚ ਲਾਗੂ ਹੋਵੇ, ਇਹ ਕਾਲਜਾਂ 'ਚ ਲਾਗੂ ਹੋਵੇ, ਇਹ ਦਫ਼ਤਰਾਂ 'ਚ ਲਾਗੂ ਹੋਵੇ। ਪਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਭਗਵੰਤ ਮਾਨ ਦੀ ਹਰ ਗੱਲ ਨੂੰ ਜਿਹੜਾ ਹੈ ਉਹਨੂੰ ਵਿਰੋਧ ਦੀ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ। ਵਿਰੋਧੀ ਸਰਕਾਰਾਂ ਜਿਹੜੀਆਂ ਹਨ ਉਹਦੇ ਚੰਗੇ ਕੰਮ ਨੂੰ ਸ਼ਾਬਾਸ਼ ਦੇਣ ਦੀ ਬਜਾਏ ਉਹਨੂੰ ਡਿਸਕਰੈਡਿਟ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਉਹਨੂੰ ਇਹ ਨਹੀਂ ਚਾਹੁੰਦੀਆਂ ਕਿ ਜੇ ਉਹ ਕੰਮ ਚੰਗਾ ਕਰ ਰਿਹਾ ਹੈ, ਜਿਹੜਾ ਬੁੱਤ ਲਾਇਆ ਹੈ ਇਹ ਵੀ ਪੰਜਾਬ ਸਰਕਾਰ ਵੱਲੋਂ ਲਾਇਆ ਗਿਆ ਹੈ। ਇਸ ਦਾ ਕੀ ਮਤਲਬ ਹੈ? ਇੱਕ ਮਾਂ ਜਿਹੜੀ ਹੈ ਉਹ ਤਖਤੀ ਲੈ ਕੇ ਆਪਣੀ ਪੰਜਾਬ ਦੀ ਬੋਲੀ ਵਾਲੀ ਦੱਸ ਰਹੀ ਹੈ। ਇਹ ਵੀ ਇੱਕ ਕਿਸਮ ਦਾ ਡੈਮੋਨਸਟ੍ਰੇਸ਼ਨ ਹੈ, ਇੱਕ ਪ੍ਰਚਾਰਨ ਦਾ ਢੰਗ ਹੈ, ਪ੍ਰਸਾਰ ਕਰਨ ਦਾ ਢੰਗ ਹੈ। ਪਰ ਸਾਡੇ ਜਿਹੜੇ ਬੰਦੇ ਨੇ, ਸਾਡੇ ਜਿਹੜੇ ਸਕੂਲ ਨੇ, ਕਾਲਜ ਨੇ ਜਾਂ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਮੈਂ ਸਮਝਦਾ ਹਾਂ ਚਾਹੇ ਉਹ ਦਿੱਲੀ ਕਮੇਟੀ ਹੈ, ਚਾਹੇ ਉਹ ਸ਼੍ਰੋਮਣੀ ਕਮੇਟੀ ਹੈ, ਚਾਹੇ ਉਹ ਚੀਫ ਖਾਲਸਾ ਦੀਵਾਨ ਹੈ, ਉਹਨਾਂ ਨੇ ਪੰਜਾਬੀ ਨੂੰ ਲਾਗੂ ਕਰਾਉਣ ਦੇ ਵਿੱਚ ਉਹਨਾਂ ਵਧੀਆ ਰੋਲ ਅਦਾ ਨਹੀਂ ਕੀਤਾ। ਚੀਫ ਖਾਲਸਾ ਦੀਵਾਨ ਦੀ ਜੇ ਗੱਲ ਕਰੀਏ ਤੇ ਇਸ ਵੇਲੇ ਡਾਕਟਰ ਨਿੱਜਰ ਕੈਬਨਿਟ ਮੰਤਰੀ ਨੇ, ਚੀਫ ਖਾਲਸਾ ਦੀਵਾਨ ਦੇ ਜਿਹੜੇ ਨੇ ਪ੍ਰਧਾਨ ਵੀ ਨੇ। ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਦੇ ਸਕੂਲਾਂ 'ਚ ਜਿਹੜੀ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਹੋਏਗੀ, ਪੜ੍ਹਾਈ ਵੀ ਜਾਂਦੀ ਹੋਏਗੀ, ਬੋਲਣ ਵੀ ਜਾਂਦੀ, ਲੇਕਿਨ ਕਈ ਇਹੋ ਜਿਹੇ ਕਨਵੈਂਟ ਸਕੂਲ ਨੇ ਜਿੱਥੇ ਕਿ ਪੰਜਾਬੀ ਬੋਲਣ ਤੇ ਪਨਿਸ਼ ਕੀਤਾ ਜਾਂਦਾ ਕਿ ਜੇ ਤੁਸੀਂ ਸਕੂਲ ਦੇ ਵਿੱਚ ਪੰਜਾਬੀ ਬੋਲੀ ਤੇ ਤੁਹਾਨੂੰ ਮਤਲਬ ਜਿਹੜਾ ਕੇਨਿੰਗ ਕੀਤੀ ਜਾਏਗੀ ਜਾਂ ਤੁਹਾਨੂੰ ਪਨਿਸ਼ਮੈਂਟ ਦਿੱਤੀ ਜਾਵੇਗੀ। ਇਹੋ ਜਿਹੇ ਸਕੂਲਾਂ ਬਾਰੇ ਜਿਹੜਾ ਸਰਕਾਰ ਨੂੰ ਕੀ ਜਿਹੜਾ ਕਦਮ ਚੁੱਕਣਾ ਚਾਹੀਦਾ ਹੈ। ਦੂਸਰੀ ਗੱਲ, ਵਿਹਾਰਿਕ ਗੱਲ ਕਰੀਏ ਆਪਾਂ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਬੱਚੇ ਨੇ ਅੱਗੇ ਕੰਪੀਟੀਸ਼ਨ ਦੀ ਤਿਆਰੀ ਕਰਨੀ ਉਹ ਪੰਜਾਬੀ 'ਚ ਨਹੀਂ ਹੋਣੀ, ਇੰਗਲਿਸ਼ 'ਚ ਹੀ ਹੋਣੀ ਹੈ। ਸਾਡੇ ਬੱਚੇ ਆਈਲੈਟਸ ਜ਼ਿਆਦਾ ਕਰ ਰਹੇ ਨੇ, ਇੰਗਲਿਸ਼ ਉਹਨਾਂ ਕੋਲ ਪੇਪਰ 4-4 ਵਾਰੀ ਕਲੀਅਰ ਨਹੀਂ ਹੁੰਦਾ। ਇਹਦਾ ਮਤਲਬ ਹੈਗਾ ਕਿ ਕਿਤੇ ਨਾ ਕਿਤੇ ਇੰਗਲਿਸ਼ 'ਚ ਵੀ ਕਮੀ ਹੈ। ਬੋਲਣ ਨੂੰ ਤੇ ਆਪਾਂ ਕਹਿੰਦੇ ਹਾਂ ਪਰ ਹਾਲੇ ਆਪਾਂ ਉੱਥੇ ਪਹੁੰਚੇ ਨਹੀਂ ਹੈ। ਤੇ ਫਿਰ ਆਪਾਂ ਆਪਣਾ ਪੰਜਾਬੀ ਦਾ ਵੀ ਘਾਣ ਕਰ ਰਹੇ ਹਾਂ ਤੇ ਇੰਗਲਿਸ਼ ਵੀ ਸਾਨੂੰ ਨਹੀਂ ਆ ਰਹੀ। ਤੇ ਇਹਦਾ ਜਿਹੜਾ ਤੁਸੀਂ ਕੀ ਵੇਖਦੇ ਹੋ ਵਿਹਾਰਕ ਤੌਰ ਤੇ ਕੀ ਹੱਲ ਹੈ? ਮੈਂ ਸਾਰੀਆਂ ਹੀ ਜ਼ਬਾਨਾਂ ਨੂੰ ਬਹੁਤ ਸਤਿਕਾਰਦਾ ਹਾਂ। ਹਰ ਇੱਕ ਜ਼ਬਾਨ ਜਿਹੜੀ ਹੈ, ਮਾਂ ਬੋਲੀ ਜਿਹੜੀ ਹੈ, ਹਰ ਇੱਕ ਸਟੇਟ ਦੀ, ਹਰ ਕੰਟਰੀ ਦੀ ਜਿਹੜੀ ਬੋਲੀ ਹੈ ਉਹ ਬਹੁਤ ਚੰਗੀ ਔਰ ਵਧੀਆ ਹੈ। ਜਿਸ ਬੰਦੇ ਨੂੰ ਜਿੰਨੀਆਂ ਬੋਲੀਆਂ ਆਉਂਦੀਆਂ ਹਨ, ਜਿੰਨੀਆਂ ਭਾਸ਼ਾਵਾਂ ਆਉਂਦੀਆਂ ਹਨ, ਓਨਾ ਹੀ ਉਹਦਾ ਗਿਆਨ 'ਚ ਵਾਧਾ ਹੁੰਦਾ ਹੈ। ਬਹੁਤ ਚੰਗੀ ਗੱਲ ਹੈ। ਪਰ ਮੈਂ ਇਹ ਨਹੀਂ ਚਾਹੁੰਦਾ ਵੀ ਇੰਗਲਿਸ਼ ਨੂੰ ਸਾਹਮਣੇ ਰੱਖ ਕੇ ਜਾਂ ਹੋਰਨਾਂ ਬੋਲੀਆਂ ਨੂੰ ਸਾਹਮਣੇ ਰੱਖ ਕੇ ਪੰਜਾਬੀ ਦਾ ਘਾਣ ਕੀਤਾ ਜਾਵੇ, ਪੰਜਾਬੀ ਨੂੰ ਇਗਨੋਰ ਕੀਤਾ ਜਾਵੇ। ਚੀਫ ਖਾਲਸਾ ਦੀਵਾਨ ਦੇ ਜਿਹੜੇ ਮੌਜੂਦਾ ਪ੍ਰਧਾਨ ਨੇ, ਇਹ ਇਸ ਤੋਂ ਪਹਿਲਾਂ ਸਰਦਾਰ ਕਿਰਪਾਲ ਸਿੰਘ ਨੇ ਬਹੁਤ ਵਧੀਆ ਇੰਤਜ਼ਾਮ ਕੀਤੇ ਸਨ। ਹੁਣ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਨਿੱਜਰ ਦੀ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ। ਉਹਨਾਂ ਨੇ ਸਕੂਲਾਂ ਦੇ ਵਿੱਚ ਚੰਗੀਆਂ ਕਿਤਾਬਾਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਔਰ ਇਸ ਗੱਲ ਨੂੰ ਪ੍ਰਚਾਰਨ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕਰ ਰਹੇ ਹਨ। ਇਹ ਪੰਜਾਬ ਸਰਕਾਰ ਇਸ ਗੱਲੋਂ ਵਧਾਈ ਦੀ ਪਾਤਰ ਹੈ। ਇਹ ਜਿਹੜੀ ਆਈਲੈਟਸ ਦੀ ਗੱਲ ਤੁਸੀਂ ਕੀਤੀ ਹੈ ਜਾਂ ਹੋਰ
ਸਪੈਨਿਸ਼ ਭਾਸ਼ਾ ਹੈ, ਆਪਣੇ ਡੱਚ ਭਾਸ਼ਾ ਹੈ, ਜਾਂ ਜਿੰਨੀਆਂ ਵੀ ਭਾਸ਼ਾਵਾਂ ਹਨ, ਜਰਮਨੀ ਹੈ, ਇਹ ਜਿੰਨੀਆਂ ਭਾਸ਼ਾਵਾਂ ਹਨ ਸਾਰੀਆਂ ਹੀ ਠੀਕ ਹਨ। ਸਿੱਖੋ, ਵੱਧ ਤੋਂ ਵੱਧ ਸਿੱਖੀ ਜਾਣੀ ਚਾਹੀਦੀ ਹੈ। ਜੇ ਕੋਈ ਸ਼੍ਰੋਮਣੀ ਕਮੇਟੀ ਦੇ ਵਿੱਚ ਉਹਨਾਂ ਦੇ ਇਨਫੋਰਮੇਸ਼ਨ ਆਫਿਸ ਦੇ ਵਿੱਚ ਜੇ ਕੋਈ ਵੱਧ ਭਾਸ਼ਾਵਾਂ ਜਾਣਦਾ ਹੈ ਤਾਂ ਬਾਹਰੋਂ ਆਉਣ ਵਾਲਿਆਂ ਨੂੰ ਉਹ ਉਸੇ ਜ਼ਬਾਨ ਦੇ ਵਿੱਚ ਸਮਝਾ ਸਕਦਾ ਹੈ। ਪਰ ਪੰਜਾਬੀ ਜਿਹੜੀ ਹੈ ਇਸ ਨੂੰ ਲਾਂਭੇ ਕਰਕੇ ਨਹੀਂ ਕਰਨਾ ਚਾਹੀਦਾ। ਪੰਜਾਬੀ ਦੇ ਬਾਰੇ ਲਾਗੂ ਕਰਨ ਦੇ ਵਿੱਚ, ਇਸ ਨੂੰ ਪ੍ਰਚਾਰਨ ਦੇ ਵਿੱਚ ਜੋ ਸਰਕਾਰਾਂ ਨੇ ਭਾਸ਼ਾ ਵਿਭਾਗ ਦਫ਼ਤਰ ਬਣਾਇਆ ਸੀਗਾ, ਇਹ ਭਾਸ਼ਾ ਵਿਭਾਗ ਦੇ ਦਫ਼ਤਰ ਦਾ ਕੰਮ ਸੀਗਾ। ਉਹਨਾਂ ਨੇ ਸਕੂਲਾਂ 'ਚ ਜਾਣਾ ਸੀਗਾ, ਉਹਨਾਂ ਨੇ ਕਾਲਜਾਂ ਵਿੱਚ ਜਾਣਾ ਸੀਗਾ, ਉਹਨਾਂ ਨੇ ਯੂਨੀਵਰਸਿਟੀਆਂ 'ਚ ਜਾਣਾ ਸੀਗਾ, ਉਹਨਾਂ ਨੇ ਦਫ਼ਤਰਾਂ ਵਿੱਚ ਜਾ ਕੇ ਵੇਖਣਾ ਸੀਗਾ। ਉਸ ਦਾ ਇਹ ਕੰਮ ਸੀਗਾ ਵੀ ਇੱਥੇ ਪੰਜਾਬੀ ਲਾਗੂ ਹੈ ਕਿ ਨਹੀਂ ਹੈ। ਤੁਹਾਨੂੰ ਲੱਗਦਾ ਵੀ ਭਾਸ਼ਾ ਵਿਭਾਗ ਵੱਲੋਂ ਜਿਹੜਾ ਕੰਮ ਕੀਤੇ ਜਾਣਾ ਚਾਹੀਦਾ ਸੀ ਇੰਨੇ ਸਾਲਾਂ 'ਚ ਉਹ ਨਹੀਂ ਹੋਇਆ? ਦੂਸਰੀ ਗੱਲ, ਜਿੱਥੇ ਹੁਣ ਮੰਨ ਲਓ ਸਾਹਮਣੇ ਸਾਡੇ ਇੱਕ ਸ਼ੋਰੂਮ ਨਜ਼ਰ ਆ ਰਿਹਾ, ਉੱਥੇ ਉਹਨਾਂ ਨੇ ਇੰਗਲਿਸ਼ 'ਚ ਲਿਖ ਕੇ ਲਾਇਆ ਬ੍ਰਾਂਡ ਨੇਮ ਹੈ ਉਹਨਾਂ ਦਾ, ਤੇ ਤੁਹਾਨੂੰ ਲੱਗਦਾ ਕਿ ਵੀ ਇੱਥੇ ਇਹ ਵੀ ਪੰਜਾਬ 'ਚ ਹੀ ਹੈ ਕਿ ਤੁਹਾਨੂੰ ਲੱਗਦਾ ਵੀ ਇੱਥੇ ਪੰਜਾਬੀ 'ਚ ਲਿਖਣਗੇ? ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਕਈ ਥਾਵਾਂ ਤੇ ਬੋਰਡ ਜਿਹੜੇ ਨੇ ਉਹਨਾਂ ਨੇ ਪਹਿਲਾਂ ਪੰਜਾਬੀ 'ਚ ਲਿਖੇ ਹਨ। ਇੱਥੇ ਜਲ੍ਹਿਆਂਵਾਲੇ ਬਾਗ ਦੀ ਮਿਸਾਲ ਹੀ ਲਾ ਲਈਏ, ਉਹਨਾਂ ਨੇ ਵੀ ਪੰਜਾਬੀ 'ਚ ਨਹੀਂ ਸੀ ਲਿਖਿਆ, ਔਰ ਇਹ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਇਹ ਕੁਝ ਜਥੇਬੰਦੀਆਂ ਨੇ ਗੱਲ ਕੀਤੀ ਤੇ ਅੱਜ ਉਹ ਬੋਰਡ ਜਿਹੜੇ ਹਨ ਉਹ ਪੰਜਾਬੀ 'ਚ ਲੱਗਣੇ ਸ਼ੁਰੂ ਹੋਏ ਹਨ। ਪਰ ਇਸ ਗੱਲ ਦਾ ਅਫਸੋਸ ਹੈ ਕਿ ਭਾਸ਼ਾ ਵਿਭਾਗ ਨੂੰ ਉਹ ਜਿਹੜੇ ਬੋਰਡ ਲੱਗਦੇ ਹਨ ਜਾਂ ਸ਼ਹਿਰਾਂ ਦੇ ਨਾਂ ਲੱਗਦੇ ਹਨ, ਉਹ ਬਹੁਤੀ ਵਾਰੀ ਉਹ ਗਲਤ ਔਂਕੜਾਂ, ਦਲੰਕੜਾਂ, ਹੁਸ਼ਿਆਰੀ ਬਿਹਾਰੀ ਗਲਤ ਲੱਗੀ ਹੁੰਦੀ ਹੈ। ਇਹਦੇ ਉੱਤੇ ਚੈੱਕ ਵੀ ਹੋਣਾ ਚਾਹੀਦਾ ਹੈ, ਔਰ ਭਾਸ਼ਾ ਵਿਭਾਗ ਦੇ ਅਫਸਰਾਂ ਨੂੰ ਚਾਹੀਦਾ ਹੈ ਉਹ ਸਕੂਲਾਂ ਨੂੰ ਜਾ ਕੇ ਵੇਖਣ ਕਿ ਕਿਹੜਾ ਸਕੂਲ ਜਿਹੜਾ ਹੈ, ਚਾਹੇ ਉਹ ICI ਹੈ, ਚਾਹੇ ਉਹ ਆਪਣਾ CBSE ਸਕੂਲ ਹੈ, ਉੱਥੇ ਪੰਜਾਬੀ ਪੜ੍ਹਾਉਂਦੇ ਹਨ ਕਿ ਨਹੀਂ ਪੜ੍ਹਾਉਂਦੇ ਹਨ। ਜਿਹੜੇ ਨਹੀਂ ਪੜ੍ਹਾਉਂਦੇ ਹਨ ਉਸ ਦੀ ਸਰਕਾਰ ਨੂੰ ਰਿਪੋਰਟ ਭੇਜਣ ਅਤੇ ਉਹਦੇ ਬਾਰੇ ਕੋਈ ਨਾ ਕੋਈ ਕਾਨੂੰਨੀ ਨੁਕਤਾ ਨਿਗਾਹ ਦੇ ਨਾਲ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਗੱਲ ਜਿਹੜੀ ਹੈ ਇਹ ਦਫ਼ਤਰਾਂ ਵਾਸਤੇ ਵੀ ਹੋਣੀ ਚਾਹੀਦੀ ਹੈ, ਪਰ ਨਹੀਂ, ਇਹ ਗੱਲ ਨਹੀਂ ਹੈ। ਅੱਜ ਸਾਰਿਆਂ ਦਫ਼ਤਰਾਂ ਦੇ ਵਿੱਚ, ਪਹਿਲਾਂ ਵੀ ਪੰਜਾਬ ਸਰਕਾਰ ਦੇ ਸੈਕਟਰੀਏਟ ਦੇ ਵਿੱਚ ਵੀ ਜਿੰਨੇ IAS ਅਫਸਰ ਸੀਗੇ, ਜਿੰਨੇ PC ਅਫਸਰ ਨੇ, ਇਹ ਸਾਰੇ ਜਿੰਨੀ ਨੋਟਿੰਗ ਦਿੰਦੇ ਹਨ ਇਹ ਸਾਰੇ ਅੰਗਰੇਜ਼ੀ ਦਿੰਦੇ ਹਨ। ਬਹੁਤ ਘੱਟ ਅਫਸਰ ਹਨ ਜਿਹੜੇ ਪੰਜਾਬੀ ਨੂੰ ਪਹਿਲ ਦਿੰਦੇ ਹੋਏ ਪੰਜਾਬੀ ਨੋਟਿੰਗ ਲਿਖਦੇ ਹਨ। ਇਹ ਮੈਂ ਸਮਝਦਾ ਬੜੀ ਸਪਸ਼ਟ ਹੈ। ਤੁਸੀਂ ਇਹਨੂੰ ਹੁਣ ਆਪਾਂ ਕੀ ਸੰਦੇਸ਼ ਦੇਣਾ ਚਾਹਾਂਗੇ ਲੋਕਾਂ ਨੂੰ ਤੇ ਸਰਕਾਰ ਨੂੰ ਬਰੀਫ 'ਚ ਕਰ? ਮੈਂ ਬਰੀਫ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਦਾਰ ਹਰਪ੍ਰੀਤ ਸਿੰਘ ਜੀ ਨੂੰ ਔਰ 5 ਤਖਤਾਂ ਦੇ ਜਥੇਦਾਰਾਂ ਨੂੰ ਬੇਨਤੀ ਕਰਦਾ ਹਾਂ, ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਨੂੰ, ਔਰ ਪੰਜਾਬ ਸਰਕਾਰ ਦੇ ਜਿਹੜੇ ਉੱਚ ਅਧਿਕਾਰੀ ਨੇ, ਚੀਫ ਮਿਨਿਸਟਰ ਸਾਹਿਬ ਨੇ, ਜਾਂ ਹੋਰ ਵੀ ਜਿਹੜੇ ਧਾਰਮਿਕ ਤੌਰ ਤੇ ਜਿਹੜੇ ਪ੍ਰਚਾਰਕ ਹਨ ਜਾਂ ਕਥਾਵਾਚਕ ਹਨ, ਉਹਨੂੰ ਬੇਨਤੀ ਕਰਦਾ ਹਾਂ ਕਿ ਉਹ ਜਿੱਥੇ ਵੀ ਕਿਤੇ ਬੋਲਣ, ਜਿੱਥੇ ਵੀ ਕਿਤੇ ਲੈਕਚਰ ਦੇਣ, ਜਿੱਥੇ ਵੀ ਕਿਤੇ ਕਥਾ ਕਰਨ, ਚਾਹੇ ਉਹ ਮੰਜੀ ਸਾਹਿਬ ਦੀਵਾਨ ਹਾਲ ਹੈ, ਚਾਹੇ ਉਹ ਗੁਰਦੁਆਰਾ ਹੈ, ਚਾਹੇ ਉਹ ਸਕੂਲ ਹੈ, ਚਾਹੇ ਉਹ ਕਾਲਜ ਹੈ, ਉਹ ਆਪਣੀ ਗੱਲ ਦੇ ਵਿੱਚ ਪੰਜਾਬੀ ਬਾਰੇ ਜ਼ਰੂਰ ਗੱਲ ਕਰਨ ਔਰ ਬੱਚਿਆਂ ਨੂੰ ਕਹਿਣ ਕਿ ਤੁਸੀਂ ਪੰਜਾਬੀ ਬੋਲਣੀ ਹੈ। ਔਰ ਮਾਂ ਜਿਹੜੀ ਪੰਜਾਬੀ ਹੈ ਇਹ ਘਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਮਾਂ ਪਿਓ ਨੂੰ ਆਪਣੇ ਬੱਚਿਆਂ ਨੂੰ ਥਾਪੀ ਦੇਣੀ ਚਾਹੀਦੀ ਹੈ ਪੰਜਾਬੀ ਬੋਲਣ ਲੱਗਿਆਂ। ਉਹਨਾਂ ਨੂੰ ਡਿਸਆਨਰ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਅੰਗਰੇਜ਼ੀ ਦੀ ਗੱਲ ਹੀ ਕਰੋ, ਅੰਗਰੇਜ਼ੀ ਸਿਖਾਓ। ਅੰਗਰੇਜ਼ੀ ਇੰਟਰਨੈਸ਼ਨਲ ਲੈਂਗੁਏਜ ਹੈ, ਇਸ ਨੂੰ ਬੜਾਵਾ ਦੇਣਾ ਚਾਹੀਦਾ ਹੈ, ਇਹ ਆਉਣੀ ਚਾਹੀਦੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਅੰਗਰੇਜ਼ੀ ਵੱਲ ਧਿਆਨ ਦਿਓ ਤੇ ਆਪਣੀ ਮਾਂ ਬੋਲੀ ਨੂੰ ਭੁੱਲ ਜਾਓ। ਪੰਜਾਬ ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਿਆ ਸੀ, ਬਹੁਤ ਸਾਰਿਆਂ ਲੋਕਾਂ ਨੇ ਆਪਣੀ ਪੰਜਾਬੀ ਜ਼ਬਾਨ ਨੂੰ ਲਿਖਾਉਣ ਦੀ ਬਜਾਏ ਉਹਨਾਂ ਨੇ ਹਿੰਦੀ ਜ਼ਬਾਨ ਲਿਖਾਈ। ਉਸ ਦਾ ਖਮਿਆਜਾ ਜਿਹੜਾ ਹੈ ਉਹ ਸਾਨੂੰ ਬਹੁਤ ਵੱਡਾ ਭੁਗਤਣਾ ਪਿਆ, ਅੱਜ ਵੀ ਭੁਗਤ ਰਹੇ ਹਾਂ। ਅਸੀਂ ਚਾਹੁੰਦੇ ਹਾਂ ਜਿਹੜੇ ਬੰਦੇ ਪੰਜਾਬ 'ਚ ਰਹਿੰਦੇ ਹਨ ਉਹ ਕਮ ਸੇ ਕਮ ਪੰਜਾਬੀ ਨੂੰ ਪਹਿਲ ਦੇਣ ਅਤੇ ਪੰਜਾਬ ਤੋਂ ਬਾਹਰ ਰਹਿੰਦੇ ਹੋਇਆਂ ਨੂੰ ਵੀ ਪੰਜਾਬੀ ਵਿੱਚ ਗੱਲ ਕਰਨੀ ਚਾਹੀਦੀ ਹੈ, ਪੰਜਾਬੀ ਬੋਲਣੀ ਚਾਹੀਦੀ ਹੈ, ਔਰ ਪੰਜਾਬੀ ਨੂੰ ਇਹਦਾ ਪ੍ਰਸਾਰ ਕਰਨਾ ਚਾਹੀਦਾ ਹੈ, ਪ੍ਰਚਾਰ ਕਰਨਾ ਚਾਹੀਦਾ ਹੈ। ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਜੀ ਸਾਡੇ ਜਿਹੜੇ ਹਨ, ਉਹ ਇਸ ਦੇ ਬਾਰੇ ਮੈਂ ਤਾਂ ਕਹਿੰਦਾ ਹਾਂ ਸੰਦੇਸ਼ ਦੇਣ, ਇਸ ਦੇ ਬਾਰੇ ਆਦੇਸ਼ ਦੇਣ ਪੰਜਾਬੀ ਕੌਮ ਨੂੰ ਕਿ ਜਿਹੜਾ ਵੀ ਪੰਜਾਬੀ ਹੈ ਉਹ ਪੰਜਾਬੀ ਨੂੰ ਲਾਗੂ ਕਰੇ, ਪੰਜਾਬੀ ਨੂੰ ਪੜ੍ਹੇ, ਪੰਜਾਬੀ ਵਿੱਚ ਕੰਮ ਕਰੇ, ਔਰ ਪੰਜਾਬੀ 'ਚ ਬੋਲਣ ਲੱਗਿਆ ਸ਼ਰਮ ਮਹਿਸੂਸ ਨਾ ਕਰੇ। ਪੰਜਾਬੀ ਬਹੁਤ ਇੱਕ ਬੜੀ ਵੱਡੀ ਬੁੱਲੀ ਹੈ। ਪ੍ਰੋਫੈਸਰ ਪੂਰਨ ਸਿੰਘ ਹੁਣਾਂ ਨੇ ਟਾਲਸਟਾਏ ਨੂੰ, ਐਮਰਸਨ ਨੂੰ, ਇਹ ਜਿੰਨੇ ਵੱਡੇ ਵੱਡੇ ਅੰਗਰੇਜ਼ ਲੋਕ ਹੋਏ ਨੇ ਉਹਨੂੰ ਇਹਨਾਂ ਨੇ ਪੰਜਾਬੀ 'ਚ ਲਿਆਂਦਾ। ਜੇ ਸ਼ੇਕਸਪੀਅਰ ਨੇ ਅੰਗਰੇਜ਼ੀ 'ਚ ਬਹੁਤ ਨਾਂ ਕਮਾਇਆ ਤਾਂ ਸਾਡੇ ਭਾਈ ਵੀਰ ਸਿੰਘ ਨੇ ਨਾਂ ਕੋਈ ਘੱਟ ਨਹੀਂ ਕਮਾਇਆ। ਭਾਈ ਵੀਰ ਸਿੰਘ ਦੀਆਂ ਲਿਖਤਾਂ ਨੂੰ ਪੜ੍ਹਿਆ ਜਾਵੇ, ਔਰ ਪ੍ਰੋਫੈਸਰ ਪੂਰਨ ਸਿੰਘ ਨੂੰ, ਧਨੀ ਰਾਮ ਚਾਤਰਿਕ ਜੀ ਨੂੰ, ਦੀਵਾਨ ਸਿੰਘ ਜੀ ਨੂੰ, ਇਹਨਾਂ ਜਿਹੜਾ ਸਾਰਿਆਂ ਨੇ ਬਹੁਤ ਕੰਮ ਕੀਤਾ ਹੈ ਪੰਜਾਬੀ ਜ਼ਬਾਨ ਦੇ ਵਿੱਚ। ਸ਼ੇਖ ਕੁਮਾਰ ਬਟਾਲਵੀ ਦਾ ਕੋਈ ਘੱਟ ਰੋਲ ਨਹੀਂ ਹੈਗਾ। ਇਹ ਪੰਜਾਬੀ ਨੂੰ ਪੜ੍ਹਨਾ ਚਾਹੀਦਾ ਹੈ, ਪੰਜਾਬੀ ਨੂੰ ਪੜ੍ਹ ਕੇ ਔਰ ਬੱਚਿਆਂ ਨੂੰ ਕਹਿਣਾ ਚਾਹੀਦਾ ਹੈ, ਬੱਚਿਓ ਇਹ ਪੰਜਾਬੀ ਜਿਹੜੀ ਹੈ ਇਹ ਜੇ ਤੁਸੀਂ ਅਸੀਸਾਂ ਲੈਣੀ ਚਾਹੁੰਦੇ ਹੋ ਤੇ ਵੱਡਿਆਂ ਬਜ਼ੁਰਗਾਂ ਦੇ ਪੈਰੀਂ ਹੱਥ ਲਾਓ। ਚਾਹੇ ਉਹ ਮਾਂ ਹੈ, ਚਾਹੇ ਉਹ ਚਾਚੀ ਹੈ, ਚਾਹੇ ਉਹ ਤਾਈ ਹੈ, ਚਾਹੇ ਉਹ ਭੂਆ ਜੀ ਹਨ, ਚਾਹੇ ਉਹ ਮਾਮਾ ਜੀ ਹਨ, ਚਾਹੇ ਉਹ ਮਾਮੀ ਜੀ ਹਨ। ਜੇ ਤੁਸੀਂ ਅਸੀਸਾਂ ਲੈਣੀ ਚਾਹੁੰਦੇ ਹੋ, ਜੇ ਤੁਸੀਂ ਸਿਰ ਤੇ ਥਾਪੜਾ ਲੈਣਾ ਚਾਹੁੰਦੇ ਹੋ, ਜੇ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ, ਤੇ ਇਹ ਇੱਕ ਕਿਸਮ ਦੀ ਬੈਟਰੀ ਚਾਰਜ ਹੈ।
ਇਹ ਤੁਹਾਨੂੰ ਅਸੀਸ ਦਿੰਦੀ ਹੈ, ਤੁਹਾਨੂੰ ਅੱਗੇ ਵਧਣ 'ਚ ਪ੍ਰੇਰਦੀ ਹੈ। ਔਰ ਤੁਸੀਂ ਇਹ ਵੱਧ ਤੋਂ ਵੱਧ ਪੰਜਾਬੀ ਨੂੰ ਇਹਦੇ ਜਿਹੜੀ ਕਦਰਾਂ ਕੀਮਤਾਂ ਨੇ, ਜਿਹੜੀਆਂ ਅਖਲਾਕੀ ਕਦਰਾਂ ਕੀਮਤਾਂ ਨੇ, ਉਹਨੂੰ ਤੁਸੀਂ ਸਮਝਦੇ ਹਾਂ ਪੰਜਾਬੀ ਨੂੰ ਲਾਗੂ ਕਰੋ। ਔਰ ਮੈਂ ਮੁਬਾਰਕਬਾਦ ਦਿੰਦਾ ਭਗਵੰਤ ਮਾਨ ਜੀ ਨੂੰ ਕਿ ਉਹਨਾਂ ਨੇ ਬਹੁਤ ਵਧੀਆ ਕਦਮ ਚੁੱਕਿਆ ਹੈ। ਅਸੀਂ ਆਸ ਕਰਦੇ ਹਾਂ ਕਿ ਇਸ ਨੂੰ ਲਾਗੂ ਕਰਾਉਣ ਦੇ ਵਿੱਚ ਵੀ ਮੇਰਾ ਕਾਨੂੰਨ ਹੀ ਨਾ ਬਣ ਕੇ ਰਹਿ ਜਾਵੇ, ਇਸ ਨੂੰ ਲਾਗੂ ਕਰਾਉਣ ਦੇ ਵਿੱਚ ਵੀ ਸਖਤੀ ਵਰਤਣਗੇ। ਔਰ ਜਿਹੜੀ ਭਾਸ਼ਾ ਵਿਭਾਗ ਹੈ ਇਹਨੂੰ ਵੀ ਤੇ ਇਹਦੇ ਉੱਤੇ ਵੀ ਚੈੱਕ ਰੱਖਣਗੇ ਕਿ ਭਾਸ਼ਾ ਵਿਭਾਗ ਦੇ ਜਿਹੜੇ ਅਫਸਰ ਨੇ ਉਹ ਕੰਮ ਕਰ ਰਹੇ ਹਨ, ਜੇ ਉਹ ਨਹੀਂ ਕਰ ਰਹੇ ਤਾਂ ਉਹਨੂੰ ਕਰਵਾਇਆ ਜਾਵੇ। ਸੋ ਇਹ ਸਨ ਜੀ ਸੁਰਜੀਤ ਸਿੰਘ ਰਾਹੀ, ਜਿਨ੍ਹਾਂ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਵੀ ਕਿਹਾ ਹੈ ਕਿ ਉਹਨਾਂ ਵੱਲੋਂ ਵੀ ਇੱਕ ਜਿਹੜਾ ਹੈ ਫਰਮਾਨ ਜਾਰੀ ਹੋਣਾ ਚਾਹੀਦਾ ਹੈ, ਤੇ ਮਾਪਿਓ ਨੂੰ ਵੀ ਇੱਕ ਜਿਹੜਾ ਹੈ ਸੰਦੇਸ਼ ਦਿੱਤਾ ਹੈ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣ ਲੱਗਿਆ ਉਹਨਾਂ ਦੀ ਪਿੱਠ ਠੋਕਣੀ ਚਾਹੀਦੀ ਹੈ, ਨਾ ਕਿ ਉਹਨਾਂ ਨੂੰ ਰੋਕਣਾ ਚਾਹੀਦਾ ਹੈ। ਪੰਜਾਬੀ ਸੂਬੇ ਦੀ ਵੀ ਗੱਲ ਉਹਨਾਂ ਨੇ ਕੀਤੀ ਹੈ ਕਿ ਜਦੋਂ ਪੰਜਾਬੀ ਸੂਬਾ ਬਣਿਆ ਸੀ ਤਾਂ ਲੋਕਾਂ ਨੇ ਆਪਣੀ ਭਾਸ਼ਾ ਜਿਹੜੀ ਹੈ ਹਿੰਦੀ ਲਿਖਾਈ ਸੀ, ਜਿਸ ਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪਿਆ ਹੈ। ਸੋ ਦੇਖਦੇ ਹਾਂ ਜੀ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਜਿਹੜਾ ਉਪਰਾਲਾ ਕੀਤਾ ਗਿਆ ਹੈ ਕਿੱਥੋਂ ਤੱਕ ਕਾਮਯਾਬ ਹੁੰਦਾ ਹੈ, ਸਰਕਾਰ ਇਹਨੂੰ ਕਿਸ ਹੱਦ ਤੱਕ ਜਿਹੜਾ ਹੈ ਉਹ ਲਾਗੂ ਕਰਵਾਉਣ ਵਿੱਚ ਕਾਮਯਾਬ ਰਹਿੰਦੀ ਹੈ, ਲੋਕ ਇਸ ਦਾ ਸਾਥ ਦਿੰਦੇ ਹਨ ਜਾਂ ਫਿਰ ਸਰਕਾਰ ਇਸ ਨੂੰ ਆਪਣੇ ਢੰਗ ਨਾਲ ਲਾਗੂ ਕਰਵਾਉਂਦੀ ਹੈ। ਇਸ ਵਕਤ ਮੌਕਾ ਹੈ ਸਾਡੇ ਵਾਸਤੇ ਵੀ ਸਰਕਾਰ ਨਾਲ ਰਲ ਕੇ ਅੱਗੇ ਚੱਲਣ ਦਾ ਤੇ ਮਾਂ ਬੋਲੀ ਨੂੰ ਜਿਹੜਾ ਹੈ ਪ੍ਰਫੁੱਲਤ ਕਰਨ ਦਾ ਤੇ ਉਹਨੂੰ ਮਾਣ ਦੇਣ ਦਾ। ਹਾਂਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਬਹੁਤ ਚੰਗਾ ਲੱਗਿਆ ਕੁਲਵਿੰਦਰ ਜੀ ਤੁਹਾਡੇ ਰਾਹੀਂ ਆਪਣੇ ਉਹਨਾਂ ਵੀਰਾਂ ਤੱਕ ਗੱਲ ਪਹੁੰਚਾਉਣੀ ਜਿਹੜੇ ਲੋਕ ਇਸ ਵਕਤ ਮੈਨੂੰ ਭਾਵੇਂ ਨਹੀਂ ਮਿਲ ਰਹੇ ਜਾਂ ਨਹੀਂ ਵੇਖ ਰਹੇ, ਪਰ ਉਹ ਮੇਰੀ ਆਵਾਜ਼ ਸੁਣ ਕੇ, ਮੇਰੀ ਗੱਲ ਸੁਣ ਕੇ ਜ਼ਰੂਰ ਮੇਰੇ ਸਾਂਝ ਪਾਉਣਗੇ। ਪੰਜਾਬ ਦਾ ਸੱਭਿਆਚਾਰ ਤਾਂ ਕੋਈ ਸਟੈਟਿਕ ਚੀਜ਼ ਤਾਂ ਹੁੰਦਾ ਨਹੀਂ ਕਿ ਇੱਕ ਥਾਂ 'ਤੇ ਖੜ੍ਹਾ ਹੋਵੇ, ਉਹ ਤਾਂ ਵਗਦਾ ਵਹਿਣ ਹੈ। ਔਰ ਨਾਲ ਦੀ ਨਾਲ ਇਹ ਗੱਲ ਕਦੇ ਨਾ ਵਿਸਾਰੀਏ ਕਿ ਇਹਦੇ 'ਚ ਪਰਿਵਰਤਨ ਜਿਹੜਾ ਨਾਲੋਂ ਤਬਦੀਲੀਆਂ ਨਾਲੋਂ ਆਉਣੀਆਂ ਹੀ ਹੁੰਦੀਆਂ। ਕੋਈ ਵਕਤ ਸੀ, ਕਿਸੇ ਵਕਤ ਸਾਡੇ ਵਾਸਤੇ ਜਿਹੜੀਆਂ ਸਾਡੇ ਮੇਲੇ ਤਿਉਹਾਰ ਸੀ ਉਹਨਾਂ ਦੇ ਵਿੱਚ ਕੁਝ ਮੇਲੇ ਐਸੇ ਸੀ ਜਿਹੜੇ ਅਸੀਂ ਸਮਝਦੇ ਹਾਂ ਕਿ ਇਹ ਗੁਲਾਮੀ ਦਾ ਪ੍ਰਤੀਕ ਹੈ। ਜਿਵੇਂ ਸਾਡੇ ਅਕਸਰ ਕਿਹਾ ਜਾਂਦਾ ਕਿ ਤੀਆਂ ਦਾ ਤਿਉਹਾਰ ਜਿਹੜਾ ਹੈਗਾ ਉਹ ਸਾਡੀ ਗੁਲਾਮ ਜ਼ਹਿਨੀਅਤ 'ਚੋਂ ਨਿਕਲਿਆ। ਸਾਡੀਆਂ ਧੀਆਂ ਭੈਣਾਂ ਦੀ ਫਿਜ਼ੀਕਲ ਪਰਖ ਕਰਨ ਵਾਸਤੇ ਇਹ ਡਿਜ਼ਾਈਨ ਕੀਤਾ ਗਿਆ ਮੁਗਲਾਂ ਵੇਲੇ। ਜਾਂ ਸਾਡੇ ਜਿਹੜੇ ਗਿੱਧੇ ਭੰਗੜੇ ਜਿਹੜੇ ਨੇ ਉਹਨਾਂ ਦੇ ਖਿਲਾਫ ਵੀ ਅੱਜ ਕੱਲ੍ਹ ਪ੍ਰਚਾਰ ਤੰਤਰ ਬਹੁਤ ਤੇਜ਼ ਹੈ। ਪਰ ਸੱਚ ਹੈ ਕਿ ਮਨੁੱਖ ਦਾ ਜਿਹੜਾ ਸਰੀਰ ਹੈ, ਵਜੂਦ ਹੈ, ਉਹਦੇ 'ਚ ਇਕੱਲਾ ਮੱਥਾ ਨਹੀਂ ਹੁੰਦਾ, ਬ੍ਰੇਨ ਨਹੀਂ ਹੁੰਦਾ, ਉਹਦੇ ਕੋਲ ਦਿਲ ਵੀ ਹੁੰਦਾ, ਉਹਦੇ ਕੋਲ ਪੱਬ ਵੀ ਹੁੰਦੇ ਨੇ, ਉਹਦੇ ਕੋਲ ਕਮਰ ਵੀ ਹੁੰਦੀ ਹੈ, ਉਹ ਮਟਕਣਾ ਵੀ ਚਾਹੁੰਦਾ ਹੈ, ਉਹ ਨੱਚਣਾ ਵੀ ਚਾਹੁੰਦਾ ਹੈ, ਉਹ ਮੋਰ ਦੀ ਰੀਸ ਵੀ ਕਰਨਾ ਚਾਹੁੰਦਾ ਹੈ, ਉਹ ਪਹਿਲਾਂ ਵੀ ਪਾਉਣੀਆਂ ਚਾਹੁੰਦਾ ਹੈ। ਪਰ ਸਾਡੀ ਮਾਨਸਿਕਤਾ ਇੰਨੀ ਪਥਰਾ ਗਈ ਹੈ ਕਿ ਸਾਨੂੰ ਇੰਝ ਲੱਗਦਾ ਕਿ ਸਾਰਾ ਕੁਝ ਫਾਲਤੂ ਹੈ। ਅਸੀਂ ਠੀਕ ਪ੍ਰਸੰਗ ਵਿੱਚ ਗੱਲ ਨੂੰ ਜਦੋਂ ਨਹੀਂ ਵਰਤਦੇ ਤਾਂ ਸਾਡੇ ਵਾਸਤੇ ਸਾਰਾ ਕੁਝ ਜਿਹੜਾ ਹੈਗਾ ਉਹ ਵਾਧੂ ਹੋਣ ਦਿਸਣ ਲੱਗ ਜਾਂਦਾ। ਮੈਂ ਮੰਨਦਾ ਕਿ ਹਰ ਕੰਮ ਹਰ ਥਾਂ 'ਤੇ ਨਹੀਂ ਹੋ ਸਕਦਾ, ਪਰ ਇਹ ਗੱਲ ਆਖਣੀ ਕਿ ਇਸ ਨੂੰ ਜ਼ਿੰਦਗੀ 'ਚੋਂ ਖਾਰਜ ਕਰ ਦਿਓ, ਨਾਚ ਨੂੰ, ਸੁਰ ਨੂੰ, ਤਾਲ ਨੂੰ। ਬੜੇ ਆਏ ਤੇ ਬੜੇ ਗਏ, ਮਰ ਗਏ ਔਰੰਗਜ਼ੇਬ ਵਰਗੇ ਜਿਹੜੇ ਕਹਿੰਦੇ ਸੀ ਕਿ ਆਪਣੀ ਧੀ ਨੂੰ ਮੈਂ ਗਾਉਣ ਨਹੀਂ ਦੇਣਾ, ਲਿਖਣ ਨਹੀਂ ਦੇਣਾ। ਪਰ ਕਿੱਥੇ ਹੈ ਔਰੰਗਜ਼ੇਬ? ਜੇਬਲ ਨੂੰ ਸੱਜ ਵੀ ਜਿਉਂਦੀ ਹੈ। ਜੇ ਅਸੀਂ ਅੱਜ ਕੋਸ਼ਿਸ਼ ਕਰੀਏ ਕਿ ਕੰਠ ਦੇ ਵਿੱਚ ਸਾਡੇ ਹੇਕਾਂ ਸੁੱਕ ਜਾਣ ਤਾਂ ਬੰਦਾ ਲੱਕੜ ਦਾ ਬੰਦਾ ਬਣ ਜਾਏਗਾ, ਉਹ ਬੰਦਾ ਹੱਡ ਮਾਸ ਦਾ ਪੁਤਲਾ ਨਹੀਂ ਰਹੇਗਾ। ਜੇ ਉਹ ਆਪਣੇ ਕੰਠ ਦੇ ਵਿੱਚ ਆਲਾਪ ਨੂੰ ਗਵਾ ਦੇਗਾ ਤਾਂ ਮਰਦਾਨੇ ਦੀ ਰਬਾਬ ਨਾਲ ਕੌਣ ਗਾਏਗਾ? ਜੇ ਮਰਦਾਨਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨਾਲ ਤੁਰਦੀ ਹੈ। ਜੇ ਸਾਡੇ ਰਾਗ ਨਾ ਹੁੰਦੇ ਤਾਂ ਸਾਡੇ ਕੋਲ ਗੁਰਬਾਣੀ ਦਾ ਵੱਡਾ ਜਿਹੜਾ ਮਹਾਨ ਖਜ਼ਾਨਾ ਹੈ ਉਸ ਦਾ ਸਰੂਪ ਵੀ ਸਹੀ ਰੂਪ ਸੰਭਾਲਣ ਦੀ ਸਾਨੂੰ ਪ੍ਰੋਬਲਮ ਆਉਣੀ ਸੀ। ਰਾਗਮਾਲਾ ਵਿਸ਼ੇਸ਼ ਤੌਰ ਤੇ, ਰਾਗਮਾਲਾ ਤਾਂ ਚਲੋ ਉਹਦਾ ਟੈਕਸਟ ਹੋ ਗਈ ਨਾ ਵੱਖਰੇ ਤੌਰ 'ਤੇ, ਉਹਦਾ ਸੰਬੰਧ ਸ਼ਾਇਦ ਮੈਂ ਨਹੀਂ ਜੋੜਦਾ ਇਸ ਗੱਲ ਨਾਲ। ਮੈਂ ਤਾਂ ਜੋੜਦਾ ਕਿ ਜਿੰਨੇ ਸਾਡੇ 31 ਰਾਗ ਨੇ, ਸ਼ੁੱਧ ਰਾਗ ਨੇ, ਇੰਨੇ ਹੀ ਸਾਡੇ ਕੋਲ ਮਿਸ਼ਰਤ ਰਾਗ ਨੇ, ਰਾਗ ਪ੍ਰਕਾਰਾਂ ਨੇ, ਰਾਗਣੀਆਂ ਨੇ, ਲੋਕ ਰਾਗ ਨੇ। ਉਹ ਸਾਰੇ ਰਲਾ ਕੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜਿਹੜੇ ਵੀ ਨਵੇਂ ਪਾਤਸ਼ਾਹ ਤੱਕ ਦਾ ਸਫ਼ਰ ਹੈ ਸਾਰਾ ਬਾਣੀ ਦਾ, ਜਾਂ ਬਾਣੀਕਾਰਾਂ ਦੇ ਵਿੱਚ ਭਗਤ ਜਨ ਨੇ ਕੁਛ, ਉਹ ਸਾਰੇ ਜਿਹੜੇ ਨੇ ਸਾਨੂੰ ਮਤਲਬ ਇਕੱਲਾ ਸ਼ਬਦ ਜਿਹੜਾ ਹੈਗਾ ਗੁਰੂ ਅਰਜਨ ਪਾਤਸ਼ਾਹ ਨੇ ਸਾਨੂੰ ਸਿਖਾਇਆ ਕਿ ਅਸੀਂ ਕਿਹੜੇ ਰਾਗ 'ਚ ਉਸਦਾ ਗਾਇਨ ਕਰਨਾ, ਕਿਹੜੇ ਵੇਲੇ ਗਾਇਨ ਕਰਨਾ, ਕਿਹੜੇ ਵੇਲੇ ਗਾਇਨ ਕਰਨਾ। ਸੋ ਇਸ ਕਰਕੇ ਇਹਨੂੰ ਜ਼ਿੰਦਗੀ 'ਚੋਂ ਖਾਰਜ ਕਰਨਾ ਤਾਂ ਸਮਝ ਲਓ ਸੱਭਿਆਚਾਰ ਦੇ ਉੱਤੇ ਇੱਕ ਕੁਹਾੜਾ ਚਲਾਉਣ ਵਾਲੀ ਗੱਲ ਹੈ। ਸੋ ਸੱਭਿਆਚਾਰ ਲੋਕਾਂ ਵਰਗਾ ਹੁੰਦਾ, ਜਿਹੋ ਜਿਹੇ ਲੋਕ ਹੁੰਦੇ ਉਹੋ ਜਿਹਾ ਸੱਭਿਆਚਾਰ ਹੁੰਦਾ। ਸਾਡੇ ਲੋਕ ਜਿਹੜੇ ਨੇ ਇਸ ਵੇਲੇ ਬੜੀ ਇੱਕ ਤਬਦੀਲੀ ਦੇ ਨਿਜ਼ਾਮ 'ਚ ਜੀ ਰਹੇ ਨੇ। ਉਹਨਾਂ ਨੂੰ ਨਸ਼ਿਆਂ ਦੀ ਦੁਸ਼ਮਣੀ, ਹਥਿਆਰਾਂ ਦੀ ਮਹਿਮਾ ਦਾ ਗਾਨ, ਹੋਰ ਚੀਜ਼ਾਂ ਬੜੀਆਂ ਨੇ ਜਿਹੜੀਆਂ ਸਾਡੇ ਮਾਨਸਿਕਤਾ ਨੂੰ ਖੁੰਡਾ ਕਰ ਰਹੀਆਂ ਨੇ ਜਾਂ ਸਾਡੀ ਮਾਨਸਿਕਤਾ ਨੂੰ ਇੱਕ ਹੋਰ ਪਾਸੇ ਤੋਰ ਰਹੀਆਂ ਨੇ। ਸਾਡੀ ਸਾਰਿਆਂ ਦੀ ਸਮੱਸਿਆ ਇੱਕੋ ਇੱਕ ਇਹ ਆ ਕਿ ਅਸੀਂ ਸ਼ਸਤਰ ਅਤੇ ਸ਼ਾਸਤਰ ਦਾ ਸੁਮੇਲ ਨਹੀਂ ਕਰਦੇ। ਸ਼ਸਤਰ ਜ਼ਰੂਰੀ ਹੈ ਪਰ ਸ਼ਾਸਤਰ ਉਸ ਤੋਂ ਵੱਧ ਜ਼ਰੂਰੀ ਹੈ। ਹਾਂ, ਇਹ ਸਾਨੂੰ ਗੁਰੂ ਪਾਤਸ਼ਾਹ ਦਾ ਸੰਦੇਸ਼ ਹੀ ਹੈ ਨਾ ਕਿ
ਸ਼ਬਦ ਨੇ ਵੀ ਜੀਣਾ, ਸ਼ਬਦ ਦੀ ਰਖਵਾਲੀ ਵਾਸਤੇ ਸਾਡੇ ਕੋਲ ਸ਼ਸਤਰ ਜ਼ਰੂਰੀ ਹੈ। ਉਸ ਧਰਤੀ ਦਾ ਗਾਇਨ ਹੈ ਜਿਹੜੀ ਧਰਤੀ ਇਸ ਵੇਲੇ ਫੁਟਾਰੇ ਦੇ ਵਿੱਚ ਹੈ, ਜਿਹੜੀ ਧਰਤੀ ਇਸ ਵੇਲੇ ਬਸੰਤ ਦਾ ਰਾਗ ਗਾ ਰਹੀ ਹੈ। ਹਰ ਰੋਜ਼ ਦਰਬਾਰ ਸਾਹਿਬ ਦੇ ਸਵੇਰੇ ਅਸੀਂ ਦਾ ਕੀਰਤਨ ਸੁਣਦੇ ਹਾਂ, ਉਸ ਵਿੱਚ ਚੜ੍ਹਿਆ ਬਸੰਤ ਤੋਂ ਬਿਨਾਂ ਹੋਰ ਸਾਰੇ ਸ਼ਬਦ ਜਿਹੜੇ ਨੇ ਬਸੰਤ ਰਾਗ ਦੇ ਨੇ। ਸੋ ਸਾਡੇ ਵਾਸਤੇ ਬਸੰਤ ਤਾਂ ਇੱਕ ਉਤਸਵ ਦਾ ਨਾਂ ਆ, ਰੁੱਤਾਂ ਦੀ ਮਹਾਰਾਣੀ ਹੈ। ਜਦੋਂ ਸੱਭਿਆਚਾਰ ਲੋਕਾਂ ਦਾ ਤੇ ਲੋਕ ਕਿਉਂ ਨਹੀਂ ਸੰਭਾਲਦੇ ਬਈ? ਸਾਰਾ ਕੁਝ ਪਾਠਕ੍ਰਮ 'ਚ ਕਿਉਂ ਹੋਵੇ, ਸਿਲੇਬਸ 'ਚ ਕਿਉਂ ਹੋਵੇ? ਸਰਕਾਰ ਦਾ ਪਰਛਾਵਾਂ ਨਹੀਂ ਪੈਣਾ ਚਾਹੀਦਾ। ਸਰਕਾਰੀ ਮਦਦ ਇਮਦਾਦ ਜਿਹੜੀ ਹੈ ਉਹਦੇ ਕਾਨੂੰਨ ਵਿਧੀ ਵਿਧਾਨ ਜਿਹੜੇ ਨੇ ਉਹ ਕਈ ਵਾਰ ਤੁਹਾਨੂੰ ਕੰਮ ਤੋਂ ਰੋਕਦੇ ਨੇ। ਸੋ ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ ਵਿਧੀ ਵਿਧਾਨ ਬਣਾਉਣ ਦਾ। ਜਿਵੇਂ ਹੁਣ ਉਹਨਾਂ ਨੇ ਕਿਹਾ ਕਿ 21 ਫਰਵਰੀ ਤੋਂ ਪਹਿਲਾਂ ਅਸੀਂ ਕਹਿੰਦੇ ਹਾਂ ਕਿ ਸਾਰੇ ਆਪੋ ਆਪਣੇ ਘਰਾਂ ਦਰਾਂ ਦੇ ਜਿਹੜੇ ਕਾਰੋਬਾਰਾਂ ਦੇ ਨਾਂ ਨੇ ਉਹ ਗੁਰਮੁਖੀ ਅੱਖਰਾਂ 'ਚ ਕਰੋ। ਲੋਕ ਕੁਛ ਕਰ ਵੀ ਰਹੇ ਨੇ, ਕੁਛ ਡੰਡੇ ਤੋਂ ਡਰਦੇ ਮਾਰੇ 21 ਤੋਂ ਬਾਅਦ ਕਰ ਲੈਣਗੇ। ਪਰ ਮੈਨੂੰ ਲੱਗਦਾ ਕਿ ਉਹ ਸਰਕਾਰਾਂ ਦੇ ਕੰਮ ਨੇ ਵਿਧੀ ਵਿਧਾਨ ਬਣਾਉਣਾ। ਪਰ ਜਿਹੜਾ ਅੱਗੋਂ ਕੰਮ ਕਰਨਾ, ਜੇ ਮੇਰੇ ਘਰ ਦੇ ਵਿੱਚ ਕੋਈ ਮਰਗ ਹੋ ਗਈ ਹੈ ਤੇ ਉਹਦਾ ਕਾਰਡ ਵੇਲੇ ਸਰਕਾਰ ਨੇ ਤਾਂ ਨਹੀਂ ਪੰਜਾਬੀ ਛਾਪਣਾ, ਉਹ ਤਾਂ ਮੈਂ ਹੀ ਛਾਪਣਾ ਨਾ। ਜੇ ਮੇਰੇ ਘਰ 'ਚ ਖੁਸ਼ੀ ਹੈ, ਕੋਈ ਵਿਆਹ ਸ਼ਾਦੀ ਹੈ, ਤਾਂ ਉਹਦਾ ਕਾਰਡ ਪੰਜਾਬੀ 'ਚ ਮੈਂ ਹੀ ਛਾਪਣਾ ਨਾ। ਭੇਜਣਾ ਕਿੱਥੇ ਆ? ਪੰਜਾਬ ਦੇ ਪਿੰਡਾਂ 'ਚ ਘੱਲਣਾ ਨਾ। ਤੇ ਫਿਰ ਉੱਥੇ ਅੰਗਰੇਜ਼ੀ ਕਿਉਂ? ਆਪਾਂ ਉਹ ਵਿਚਾਰੇ ਵਕਤ ਨੂੰ ਫੜੇ ਫਿਰਦੇ ਨੇ, ਅੱਗੋਂ ਜਾ ਕੇ ਪੜ੍ਹਨ ਵਾਸਤੇ ਬੰਦਾ ਲੱਭਦੇ ਫਿਰਦੇ ਆ। ਸੋ ਸਾਨੂੰ ਸਾਰੀਆਂ ਗੱਲਾਂ ਦਾ ਵਿਚਾਰ ਆਪ ਕਰਨਾ ਚਾਹੀਦਾ। ਅੰਮ੍ਰਿਤਸਰ ਵਰਗੇ ਦੁੱਧ ਉੱਥੇ, ਅੰਮ੍ਰਿਤਸਰ ਵਰਗਾ ਹੀ ਲਾਹੌਰ ਦੇ ਵਿੱਚ ਹੈ, ਲਾਹੌਰ ਵਰਗਾ ਹੀ ਅੰਮ੍ਰਿਤਸਰ 'ਚ ਹੈ। ਉਹੋ ਜਿਹੇ ਰਿਸ਼ਤੇ, ਉਹੋ ਜਿਹੀਆਂ ਗਲਵੱਕੜੀਆਂ, ਉਹੀ ਜੱਫੀਆਂ, ਉਹੀ ਗਾਲਾਂ, ਉਹੀ ਧੱਕਾ ਮੁੱਕੀ, ਬਿਲਕੁਲ ਸੇਮ ਹੈ। ਸਿਰਫ ਜੇ ਨਹੀਂ ਹੈਗਾ ਤਾਂ ਸਾਡੇ ਇੱਥੇ ਬੰਦੇ ਨੂੰ ਬੰਦਾ ਖਿੱਚਦਾ ਰਿਕਸ਼ੇ ਹੈਗੇ ਨੇ, ਪਾਕਿਸਤਾਨ 'ਚ ਬੰਦੇ ਨੂੰ ਬੰਦਾ ਖਿੱਚਣ ਵਾਲਾ ਰਿਕਸ਼ਾ ਨਹੀਂ ਹੈਗਾ। ਟਾਂਗੇ ਨੇ ਐਕਸਪਲੋਰੇਸ਼ਨ ਨਾ ਕਹੋ, ਮਤਲਬ ਉਹਨਾਂ ਨੇ ਆਪਣਾ ਬੰਦੇਜ ਇੱਕ ਬਣਾ ਲਿਆ ਕਿ ਉਸ ਦੇ ਵਿੱਚ ਸਾਡੇ 'ਚ ਪਹਿਲੀ ਜਮਾਤ ਤੋਂ ਲੈ ਕੇ MA ਤੱਕ ਪੰਜਾਬੀ ਪੜ੍ਹਾਉਣ ਦਾ ਪ੍ਰਬੰਧ ਹੈ। ਪਾਕਿਸਤਾਨ ਦੇ ਵਿੱਚ ਹਾਲ ਦੀ ਘੜੀ ਨਹੀਂ ਹੈ। ਜੰਗ ਜਾਰੀ ਰਹਿਣੀ ਜ਼ਰੂਰੀ ਹੁੰਦੀ ਹੈ। ਜੰਗ ਜਿੱਤਣ ਵਾਸਤੇ ਹੋ ਸਕਦਾ ਇਹ ਜਨਰੇਸ਼ਨ ਹੋਵੇ, ਅਗਲੀ ਜਨਰੇਸ਼ਨ ਆ ਜਾਵੇ। ਮੈਨੂੰ ਤਾਂ ਇਹ ਪਤਾ ਕਿ ਮੈਂ ਤਾਂ ਯੂਨੀਵਰਸਿਟੀ 'ਚ ਨੌਕਰੀ ਕਰਕੇ ਸਾਰੀ ਉਮਰ ਰੋਟੀ ਕਮਾਈ ਹੈ। ਮੇਰਾ ਸ਼ੌਕ ਸੀ, ਮੇਰਾ ਪੈਸ਼ਨ ਸੀ ਅਤੇ ਮੈਂ ਕਵਿਤਾ ਲਿਖਦਾ। ਬਾਕੀ ਇਹਦੇ 'ਚ ਕੁਛ ਚੋਟ ਵਾਲੀ ਗੱਲ ਕੋਈ ਨਹੀਂ ਸੀ। ਮਾਹੌਲ ਹੁੰਦਾ, ਚੌਗਿਰਦਾ ਹੁੰਦਾ ਜਿਹੜਾ ਤੁਹਾਨੂੰ ਸਿਰਣ ਵਾਲੇ ਰਾਹ ਤੋਰਦਾ। ਸੋ ਮੈਂ ਤਾਂ ਇਹੀ ਸਮਝਦਾ, ਇਸ ਤੋਂ ਵੱਧ ਕੁਛ ਨਹੀਂ। ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਭ ਕੁਝ ਪੜ੍ਹਾਇਆ, ਸੱਚੀ ਅੜੇ ਥੋੜ੍ਹੇ ਵੇਲੇ ਸਾਨੂੰ ਬੜਾ ਕੰਮ ਆਇਆ। ਆਡਾਂ ਬੰਨਿਆਂ 'ਤੇ ਦੌੜਦੇ ਨਾ ਅਸੀਂ ਕਦੇ ਡਿੱਗੇ, ਸੰਗਮਰਮਰ 'ਤੇ ਸਾਨੂੰ ਤੁਰਨਾ ਨਾ ਆਇਆ। ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ ਕੁਲਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।